कोशिश कर रहे हैं। सत श्री अकाल बाबा जी, सत श्री किवें हो जी? बहुत वधिया, चढ़दी कला च। चढ़दी कला 'ਚ ਹੀ ਰਹਿਣਾ ਚਾਹੀਦਾ। मैं देख रही सी ਅੱਜ बड़ा ਵਧੀਆ माहौल ਜਿਹਾ ਬਣਿਆ ਹੋਇਆ ਸੀਗਾ, ਸਾਡੀਆਂ ਬੀਬੀਆਂ ਆਈਆਂ ਨੇ ਤੇ ਬੜੀ ਵਧੀਆ ਗੱਲਬਾਤ ਸਾਡੇ ਨਾਲ ਕਰ ਰਹੇ ਸੀਗੇ। ਬੀਬੀਆਂ ਰੋਜ਼ ਹੀ ਆਉਂਦੀਆਂ ਨੇ, ਪਰ ਇਹ ਨਵੇਂ ਸ਼ਹਿਰ ਤੋਂ ਅੱਜ ਵਿਸ਼ੇਸ਼ ਤੌਰ ਤੇ 2 ਬੱਸਾਂ ਲੈ ਕੇ ਆਈਆਂ ਨੇ। ਤੇ ਸਾਰਿਆਂ ਦੇ ਵੇਖੋ ਤੁਸੀਂ ਇਹਨਾਂ ਦੇ ਜਿਹੜੇ ਬਾਣੇ ਨੇ ਉਹ ਕਿਸ ਤਰ੍ਹਾਂ ਦੇ ਨੇ, ਤੇ ਫਿਰ ਆਪਣਿਆਂ ਨੂੰ ਵੇਖ ਕੇ ਜਦੋਂ ਰੌਣਕ ਵਧੀ ਹੋਵੇ ਤੇ ਫਿਰ ਉਹ ਹੁੰਦਾ ਹੀ ਹੈ ਨਾ, ਜਿਹੜੇ ਫਿਰ ਆਉਂਦੇ ਨੇ ਖੁਸ਼ੀ ਤਾਂ ਹੁੰਦੀ ਹੈ। ਸਿਸਟਰ ਸਾਹਿਬ ਤੁਸੀਂ ਤਾਂ ਨਜ਼ਰ ਰੱਖ ਰਹੇ ਹੋ, ਹੁਣ ਤੁਸੀਂ ਆਗੂ ਹੋ, ਸਾਰਾ ਕੁਝ ਤੁਹਾਨੂੰ ਪਤਾ ਹੈ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਤੇ ਅਸੀਂ ਇਹ ਹੁਣ ਜਾਨਣਾ ਚਾਹੁੰਦੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ, ਹੁਣ ਅਸੀਂ ਮੀਟਿੰਗ ਨਹੀਂ ਹਜੇ ਤੱਕ ਕੋਈ ਰੱਖੀ ਹੈਗੀ, ਕੀ ਲੱਗਦਾ ਹੈ ਕਿ ਅਗਲੀ ਰਣਨੀਤੀ ਸਾਡੀ ਕੀ ਹੋ ਸਕਦੀ ਹੈ? ਮੀਟਿੰਗ ਦਾ ਅਗਲਾ ਕੁਝ ਕੀ ਪੱਖ ਹੋ ਸਕਦਾ? ਦੇਖੋ ਬੀਬਾ ਜੀ, ਗੱਲ ਇਹ ਹੈ ਕਿ ਮੈਂ ਹੁਣ ਤੱਕ ਬੇਬਾਕ ਹੋ ਕੇ ਸੱਚ ਤੁਹਾਡੇ ਸਾਹਮਣੇ ਲਿਆ, ਔਰ ਮੈਂ ਸ਼ੁਰੂ ਤੋਂ ਇਹ ਗੱਲ ਕਹਿ ਰਿਹਾ ਕਿ ਇਹਨਾਂ ਦੀ ਨੀਅਤ ਤੇ ਨੀਤੀ ਕਿਸਾਨਾਂ ਦੇ ਪ੍ਰਤੀ ਹਮਦਰਦੀ ਵਾਲੀ ਨਹੀਂ। ਇਹ ਬਹੁਤ ਕਰਖਤ ਦਿਲ ਨੇ ਔਰ ਇਹਨਾਂ ਦਾ ਏਜੰਡਾ ਕੁਝ ਹੋਰ ਹੈ, ਜਿਸ ਕਰਕੇ ਇਹ ਅੜੀਅਲ ਵਰਤੀਰਾ ਵਰਤਾ ਰਹੇ ਨੇ। ਲੰਬੇ ਸਮੇਂ ਤੋਂ 2 ਮਹੀਨੇ ਰੇਲਵੇ ਟਰੈਕ ਤੇ ਪੱਥਰਾਂ ਦੇ ਉੱਤੇ ਬੈਠੇ ਰਹੇ। ਅੱਜ 21 ਦਿਨ ਹੋ ਗਏ ਇੱਥੇ ਬੈਠਿਆਂ ਨੂੰ। ਛੋਟੇ ਛੋਟੇ ਬੱਚੇ ਤੇ ਬਜ਼ੁਰਗ 95, ਮੇਰੀ 78 80 ਸਾਲ ਦੀ 95 ਸਾਲ ਦੇ ਬਜ਼ੁਰਗ ਇੱਥੇ। ਔਰ ਸਭ ਤੋਂ ਦੁੱਖ ਦੀ ਗੱਲ ਕਿ ਉਹਨਾਂ ਵਾਸਤੇ, ਸਾਡੀਆਂ ਬੱਚੀਆਂ ਵਾਸਤੇ ਕੋਈ ਬਾਥਰੂਮ, ਕੋਈ ਟਾਇਲਟ ਦਾ ਪ੍ਰਬੰਧ ਨਹੀਂ, ਰਾਤ ਨੂੰ ਕੋਈ ਲਾਈਟ ਦਾ ਪ੍ਰਬੰਧ ਨਹੀਂ। ਇਹਦੇ ਪਿੱਛੇ ਇੱਕ ਸੋਚ ਹੈ, ਉਹ ਕਿਹੜੀ ਹੈ ਕਿ ਇਹ ਸੰਘਰਸ਼ ਲੰਬਾ ਚੱਲੇ, ਇੱਥੇ ਕੋਈ ਸੁਵਿਧਾ ਨਾ ਹੋਵੇ ਤੇ ਇਹ ਸੰਘਰਸ਼ ਆਪਣੇ ਆਪ ਫੇਲ ਹੋਵੇ। ਪਰ ਮੋਦੀ ਦੇ ਮੂੰਹ ਤੇ ਇੱਕ ਥੱਪੜ ਆ ਬੱਚੀਆਂ, ਆ ਬੀਬੀਆਂ, ਇਹ ਵੇਖੋ ਅੱਜ 2 ਬੱਸਾਂ ਇੱਕੇ ਪਿੰਡ ਤੋਂ 2 ਬੱਸਾਂ, ਜੇ ਇੱਕ ਪਿੰਡ ਤੋਂ 2 ਬੱਸਾਂ ਬੀਬੀਆਂ ਦੀਆਂ ਆਉਣ ਲੱਗ ਗਈਆਂ ਤੇ ਫਿਰ ਕੀ ਬਣੇਗਾ, ਇਹ ਤੁਸੀਂ ਅੰਦਾਜ਼ਾ ਲਾ ਲਓ। ਸੋ ਉਹਨੇ ਇੱਕ ਨਵੀਂ ਚਾਲ ਜਿਹੜੀ ਇਹ ਖੇਡਣੀ ਸ਼ੁਰੂ ਕੀਤੀ ਕਿ ਜਿਸ ਤਰ੍ਹਾਂ ਨਾਮ ਨਿਹਾਲ, ਜਿਨ੍ਹਾਂ ਦਾ ਕੋਈ ਅੱਗਾ ਪਿੱਛਾ ਹੀ ਨਹੀਂ, ਉਹ ਕਿਸਾਨ ਜਥੇਬੰਦੀਆਂ ਨੂੰ, ਰਾਤੀ ਮੇਰੀ ਇੱਕ ਡਿਬੇਟ ਚੱਲ ਰਹੀ ਸੀ ਚੈਨਲ ਤੇ ਉੱਥੇ ਗੱਲ ਕਰ ਰਹੇ ਸੀ ਇਹ ਜੀ 50 ਸੰਗਠਨ ਜਿਹੜੇ ਕਿਸਾਨਾਂ ਦੇ ਆ ਉਹ ਸਾਡੇ ਹੱਕ 'ਚ ਆ ਗਏ, ਉਹ ਮੋਦੀ ਜੀ ਕੋਲ ਆਏ, ਉਹ ਤੋਮਰ ਜੀ ਕੋਲ ਆਏ। ਉਹ ਤੁਸੀਂ ਇੱਕ ਗੱਲ ਤਾਂ ਦੱਸ ਦਿਓ ਵੀ ਜਿਹੜੇ ਉਹ 50 ਸੰਗਠਨ ਤੁਹਾਡੇ ਕੋਲ ਪਹਿਲਾਂ ਦੇ ਸੀ ਤੇ ਤੁਸੀਂ ਸਾਨੂੰ ਕਿਉਂ ਬੁਲਾਉਂਦੇ ਰਹੇ? 13 ਅਕਤੂਬਰ ਨੂੰ ਸਾਨੂੰ ਕਿਉਂ ਬੁਲਾਇਆ? 1 ਨਵੰਬਰ ਨੂੰ ਸਾਨੂੰ ਕਿਉਂ ਬੁਲਾਇਆ? ਫਿਰ ਤੁਸੀਂ 3 ਨੂੰ ਕਿਉਂ ਬੁਲਾਇਆ? ਇਹ ਸਾਨੂੰ ਹੁਣ ਤੱਕ ਤੁਸੀਂ ਜਿਹੜਾ ਉਹ ਕਿਉਂ ਬੁਲਾਉਂਦੇ ਰਹੇ? ਸੋ ਇਸ ਕਰਕੇ ਸਰਕਾਰਾਂ ਬੜੀਆਂ ਵੇਖੀਆਂ ਮੈਂ 80 ਸਾਲ ਦੀ ਉਮਰ 'ਚ, ਬਹੁਤ ਰਾਜਨੀਤਿਕ ਲੋਕ ਵੇਖੇ ਆ, ਪਰ ਜਿੰਨੇ ਮਤਲਬ ਕਿ ਇਸ ਤਰ੍ਹਾਂ ਦੇ ਮੈਂ ਇਹਨਾਂ ਨੂੰ ਲਫ਼ਜ਼ ਨਹੀਂ ਕੋ ਕਹਿ ਸਕਦਾ, ਦੁਨੀਆ ਸਮਝੇ ਵੀ ਇਹ ਕਿੰਨੇ ਕੁ ਜ਼ਬਾਨ ਦੇ ਪਾਬੰਦ ਨੇ, ਕੀ ਇਹ ਦੇਸ਼ ਦੇ ਰਾਜ ਕਰਨ ਦੇ ਹੱਕਦਾਰ ਹਨ? ਸੋ ਮੈਂ ਇਹ ਕਹਾਂਗਾ। ਬਾਬਾ ਜੀ ਇੱਕ ਹੋਰ ਗੱਲ ਹੈ, ਮੈਂ ਉਹ ਮੁੱਦਾ ਨਹੀਂ ਛੇੜਨਾ ਚਾਹੂੰਗੀ, ਹੁਣ ਦੁਬਾਰਾ ਉਸ ਮੁੱਦੇ ਤੇ ਨਹੀਂ ਆਵਾਂਗੇ, ਪਰ ਮੈਂ ਇੱਕ ਗੱਲ ਜਾਣਨਾ ਚਾਹੁੰਦੀ ਹਾਂ ਕਿ ਹੁਣ ਸਾਰੇ ਤੁਸੀਂ ਸਿਆਣੇ ਹੋ, ਤੁਸੀਂ ਇੰਨੇ ਸਮੇਂ ਤੋਂ ਅਗਵਾਈ ਕਰ ਰਹੇ ਹੈਗੇ ਹੋ, ਤੇ ਜੇਕਰ ਕਿਸੇ ਦੇ ਮੂੰਹੋਂ ਕੋਈ ਗੱਲ ਨਿਕਲ ਵੀ ਜਾਂਦੀ ਹੈ ਤੇ ਸਾਨੂੰ ਇਹ ਲੋਕਾਂ ਨੂੰ ਉਹ ਸਮਝਦਾਰੀ ਦਿਖਾਉਣੀ ਚਾਹੀਦੀ, ਕਿਉਂਕਿ ਇਸ ਅੰਦੋਲਨ ਨੂੰ ਖਰਾਬ ਕਰਨ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਬਾਹਰਲੇ ਅਸੀਂ ਜਦੋਂ ਦੇਖਦੇ ਹਾਂ ਕਿ ਬੀਜੇਪੀ ਸਰਕਾਰ ਵੱਲੋਂ ਸ਼ਾਇਦ ਕੁਝ ਹੋ ਸਕਦਾ ਆ, ਕੋਈ ਵੀ ਇੱਦਾਂ ਦਾ ਤੱਤ ਹੋ ਸਕਦਾ ਆ, ਪਰ ਕੀ ਲੱਗਦਾ ਕਿ ਸਾਡੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਹੈ? ਦੇਖੋ ਕਈ ਵਾਰ ਜੇ ਕੋਈ ਗੱਲ ਨਿਕਲ ਜਾਂਦੀ ਹੈ, ਜੇ ਉਹ ਗੱਲ ਨਿਕਲ ਹੀ ਗਈ ਤਾਂ ਉਸ ਤੋਂ ਬਾਅਦ ਮੈਂ ਬਹੁਤ ਧੰਨਵਾਦੀ ਹਾਂ ਜਦੋਂ ਮੈਂ ਅਪੀਲ ਕੀਤੀ, ਨੌਜਵਾਨ ਬੱਚਿਆਂ ਦੇ ਜਜ਼ਬਾਤ ਭੜਕੇ, ਵਿਦੇਸ਼ਾਂ ਦੇ ਵਿੱਚੋਂ ਫੋਨ ਆਏ, ਤੇ ਜਦੋਂ ਮੈਂ ਜਜ਼ਬਾਤ ਮਤਲਬ ਕਿ ਮੈਂ ਬੇਨਤੀ ਕੀਤੀ ਵੀ ਇਹ ਦੱਸੋ ਜੇ ਉਹਨਾਂ ਕੋਲੋਂ ਗੱਲ ਨਿਕਲੀ ਹੈ ਤੇ ਮੇਰੇ ਤੇ ਭਰੋਸਾ ਕਰਦੇ ਹੋ ਕਿ ਨਹੀਂ ਕਰਦੇ, ਪਰ ਉਹਨਾਂ ਨੇ ਕੀਤਾ, ਉਹਨਾਂ ਨੇ ਕਿੰਨਾ ਯਕੀਨ ਕਰਾ। ਸੋ ਮੇਰਾ ਉਹਨਾਂ ਸਮੂਹ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਖਾਸ ਕਰਕੇ ਉਹਨਾਂ ਬੱਚਿਆਂ ਦੇ ਜਿਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਲੱਗੀ, ਤਾਂ ਜਦੋਂ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਨਾ, ਮੇਰਾ ਇਹ ਸੀਸ ਉਹਨਾਂ ਦੇ ਚਰਨਾਂ 'ਚ ਚੱਕ ਲਿਆ। ਬਹੁਤ ਖੁਸ਼ੀ ਮੈਨੂੰ ਕਿ ਮੇਰੀ ਬੇਨਤੀ ਨੂੰ ਉਹਨਾਂ ਬੱਚਿਆਂ ਨੇ, ਉਹਨਾਂ ਨੌਜਵਾਨਾਂ ਨੇ, ਉਹਨਾਂ ਬਜ਼ੁਰਗਾਂ ਨੇ, ਮੈਂ ਇੱਥੇ ਨਿਹੰਗ ਸਿੰਘ ਬੈਠੇ ਨੇ, ਉਹਨਾਂ ਕੋਲ ਜਦੋਂ ਗਿਆ, ਉਹਨਾਂ ਨੇ ਮੇਰੇ ਨਾਲ 2.5-3 ਘੰਟੇ ਜਿਹੜੀ ਸੀ ਮੇਰੇ ਨਾਲ ਗੱਲਬਾਤ ਕੀਤੀ। ਮੈਨੂੰ ਬੜੀ ਖੁਸ਼ੀ ਹੋਈ ਤੇ ਵੀ ਮੇਰੀ ਬੇਨਤੀ ਨੂੰ ਉਹਨਾਂ ਨੇ ਪ੍ਰਵਾਨ ਕੀਤਾ। ਸੋ
ਇਹ ਜਿਹੜੀ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹਿੰਦੀਆਂ ਨੇ। ਪਰ ਜਦੋਂ ਕੋਈ ਗੱਲ ਹੋ ਜਾਣੀ ਤੇ ਉਸ ਤੇ ਕੰਟਰੋਲ ਕਰ ਲੈਣਾ, ਫਿਰ ਜਦੋਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਸਮਝ ਲੈਣੀ, ਤੇ ਫਿਰ ਬੇਟਾ ਜੀ ਬੜੀ ਖੁਸ਼ੀ ਹੈ। ਬੜੀ ਸੋਹਣੀ ਗੱਲ ਹੈ, ਬੜੀ ਮਿਸਾਲਾਂ ਜਿਹੜੀਆਂ ਸਾਨੂੰ ਵੱਡੀਆਂ ਮਿਸਾਲਾਂ ਇਸ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ। ਤੇ ਹੁਣ ਆਪਾਂ ਇੱਕ ਲਾਸਟ ਸਵਾਲ ਪੁੱਛੂੰਗੀ ਕਿ ਹੁਣ ਸਾਡੀ ਅਗਲੀ ਰਣਨੀਤੀ ਕੀ ਹੈਗੀ ਆ, ਕਿਉਂਕਿ ਮੀਟਿੰਗਾਂ ਤਾਂ ਹੋ ਨਹੀਂ ਰਹੀਆਂ। ਸੋ ਸਾਡੇ ਲੋਕ, ਅਸੀਂ ਜਦੋਂ ਪਿੱਛੋਂ ਚੱਲਦੇ ਆ ਨਾ, ਸਾਨੂੰ ਲੋਕ ਪੁੱਛਦੇ ਨੇ ਕਿ ਵੀ ਤੁਸੀਂ ਪੱਤਰਕਾਰ ਹੋ, ਦੱਸੋ ਕੀ ਚੱਲ ਰਿਹਾ ਅੱਗੇ, ਸਰਕਾਰਾਂ ਦਾ ਰੁਖ ਕਿੱਦਾਂ ਦਾ ਆ, ਸਾਡੇ ਆਗੂ ਕਿੱਦਾਂ ਕੰਮ ਕਰ ਰਹੇ ਨੇ। ਸੋ ਉਹ ਸਾਰੇ ਜਨਤਾ ਦੇ ਸਵਾਲ ਜਿਹੜੇ ਨੇ, ਉਹ ਇੱਕ ਸਵਾਲ 'ਚ ਮੈਂ ਤੁਹਾਨੂੰ ਪੁੱਛ ਰਹੀ ਹਾਂ। ਦੇਖੋ, ਮੈਂ ਇੱਕ ਬੇਨਤੀ ਕਰਾਂ, ਰਾਜਨੀਤਿਕ ਲੋਕਾਂ ਦੀ ਜਿਹੜੀ ਉਹਨਾਂ ਦੀ ਸੋਚ ਉਹ ਤਾਂ ਮੈਂ ਤੁਹਾਨੂੰ ਦੱਸ ਦਿੱਤੀ ਹੈ, ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ। ਉਹਨਾਂ ਦੀ ਨੀਅਤ ਨੀਤੀ ਵੱਧ ਕਿਸਾਨਾਂ ਪ੍ਰਤੀ ਨਹੀਂ, ਪਰ ਜਿਹੜਾ ਅੰਦੋਲਨ ਹੈ, ਜਿਹੜੀ ਗੱਲ ਅੱਗੇ ਵੱਧਦੀ ਗੱਲ ਭਾਵੇਂ ਟੁੱਟ ਗਈ ਆ, ਇਹ ਸਰਕਾਰ ਦੇ ਨੱਕ 'ਚ ਦਮ ਹੈ। ਉਹਨਾਂ ਨੇ ਆ ਚੁੱਕਾ ਹੈ, ਚਾਰ ਸਵੇਰੇ ਕੁੱਟ ਗਿਆ। ਇੱਕ ਗੱਲ ਜਿਹੜੀ ਦਿੱਲੀ ਦੀ ਕਰਦੇ ਨੇ ਵੀ ਅਸੀਂ ਦਿੱਲੀ ਨੂੰ ਲੜਨਾ ਹੈ, ਦਿੱਲੀ ਦੇ ਲੋਕ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ। ਛੋਟੀਆਂ ਬੱਚੀਆਂ ਤੁਹਾਡੇ ਜਿਹੜੀਆਂ ਆ ਕੇ ਬਜ਼ੁਰਗ ਔਰ ਨੌਜਵਾਨ ਬੱਚੀਆਂ, ਉਹ ਜਦੋਂ ਆ ਕੇ ਫੋਟੋ ਲੈਂਦੀਆਂ ਨੇ ਤੇ ਬੜਾ ਰਾਤ ਨੂੰ ਸਕੂਨ ਮਿਲਦਾ ਹੈ, ਕਿੰਨਾ ਪਿਆਰ ਮਿਲ ਰਿਹਾ। ਪਰ ਉਹਨਾਂ ਨੂੰ ਗੱਲਬਾਤ ਕਰਨ ਵਾਸਤੇ ਮਜਬੂਰ ਹੋਣਾ ਪਵੇਗਾ। ਅੱਜ ਨਹੀਂ, ਕੱਲ ਕਰਨਗੇ, ਪਰਸੋਂ ਕਰਨਗੇ, ਪਰ ਜਿਹੜੀ ਉਹਨਾਂ ਦੀ ਇੱਕ ਉਹਨਾਂ ਨੇ ਸੋਚ ਧਾਰੀ ਆ ਵੀ ਇਹ ਲੋਕ ਆਪਣੇ ਆਪ ਉੱਠ ਜਾਣਗੇ। ਇਹ ਲੋਕ ਆਪਣੇ ਆਪ ਉੱਠਣ ਵਾਲੇ ਨਹੀਂ, ਇਹ ਲੋਕ ਘਟਣ ਵਾਲੇ ਨਹੀਂ, ਪਿੱਛੇ ਜਾਣ ਵਾਲੇ ਨਹੀਂ। ਇਹ ਕਾਫਲੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਨੇ। ਹੁਣ ਪੰਜਾਬ, ਅੱਜ ਵੇਖੋ ਤੁਸੀਂ, ਯੂਕੇ ਤੋਂ ਇਹ ਉੱਥੋਂ ਦੇ ਜਿਹੜੇ ਅਕਾਲ ਚੈਨਲ ਵਾਲੇ, ਉਹ ਇੱਕ ਟਰੱਕ ਕਿਤਾਬਾਂ ਦਾ ਲਿਆਏ। ਇੱਕ ਟਰੱਕ ਕਿਤਾਬਾਂ ਦਾ ਲਿਆਉਣਾ ਕੋਈ ਛੋਟੀ ਗੱਲ ਨਹੀਂ, ਬੜੀ ਵੱਡੀ ਗੱਲ ਹੈ। ਔਰ ਮਾਇਆਵੀ, ਔਰ ਫਿਰ ਉਹ ਕਿਸ ਤਰ੍ਹਾਂ ਉੱਥੇ ਕਰ ਰਹੇ ਨੇ, ਕਿੱਡੇ ਵੱਡੇ ਉੱਥੇ ਇਕੱਠ ਹੋ ਰਹੇ ਨੇ। ਸੋ ਇਹ ਜਿਹੜਾ ਇਸ ਟਾਈਮ ਤੇ ਐਜੀਟੇਸ਼ਨ ਹੈ, ਇਹ ਪੰਜਾਬ ਦਾ ਨਹੀਂ, ਇਹ ਹਰਿਆਣਾ ਜਾਂ ਰਾਜਸਥਾਨ, ਯੂਪੀ, ਮਹਾਰਾਸ਼ਟਰ, ਕੇਰਲਾ, ਆਂਧਰਾ, ਇਹ ਗੁਜਰਾਤ, ਇਹਨਾਂ ਤੋਂ ਅੱਗੇ ਜਾ ਕੇ ਇਹ ਪੂਰੇ ਵਰਲਡ ਦਾ ਐਜੀਟੇਸ਼ਨ ਬਣ ਚੁੱਕਾ ਹੈ। ਪੂਰੇ ਸੰਸਾਰ ਦੀਆਂ, ਚਾਹੇ ਉਹ ਰਾਜਨੀਤਿਕ ਹੈ, ਚਾਹੇ ਧਾਰਮਿਕ ਹੈ, ਚਾਹੇ ਆਮ ਆਦਮੀ ਆ, ਉਹਨਾਂ ਦੀਆਂ ਨਿਗਾਹਾਂ ਇਸ ਸੰਘਰਸ਼ ਤੇ ਟਿਕੀਆਂ ਨੇ, ਤੇ ਪੂਰੇ ਸੰਘਰਸ਼ ਦਾ। ਔਰ ਤੁਸੀਂ ਵੇਖ ਰਹੇ ਹੋ ਸਾਡੇ ਚਿਹਰਿਆਂ ਤੇ ਕਿੰਨੀਆਂ ਖੁਸ਼ੀਆਂ ਨੇ, ਖੇੜੇ ਨੇ। ਸਾਡੇ ਚਿਹਰੇ ਕਿਤੇ ਮੁਰਝਾਏ ਨਹੀਂ ਵੀ ਇਹ ਸਾਡੇ ਨਾਲ ਕੀ ਕਰ ਦੇਣਗੇ, ਜੋ ਮਰਜ਼ੀ ਕਰ ਦੇਣ। ਜੇ ਕਿਸੇ ਵੀ ਕਿਸਮ ਦੀ ਇਹਨਾਂ ਨੇ ਕੋਈ ਹਰਕਤ ਕੀਤੀ, ਗੋਲੀਆਂ ਖਾਵਾਂਗੇ, ਹਿੱਕ 'ਚ ਖਾਵਾਂਗੇ। ਪਰ ਇਹ ਗੱਲ ਕਹਿ ਦਿੰਦੇ ਆ ਕਿ ਜੇ ਬੱਚਿਆਂ, ਸਾਡੇ ਨੌਜਵਾਨਾਂ ਨਾਲ ਕਿਸੇ ਕਿਸਮ ਦੀ, ਸਾਡੀਆਂ 5-5 ਸਾਲ ਦੇ ਬੱਚੇ, ਸਾਡੀਆਂ ਨੌਜਵਾਨ ਧੀਆਂ ਤੁਹਾਡੇ ਵਰਗੀਆਂ, ਹੁਣ ਤੁਸੀਂ ਕੰਮ ਕਰ ਰਹੇ ਹੋ, ਬੇਸ਼ੱਕ ਤੁਸੀਂ ਇਹ ਚੈਨਲਾਂ 'ਚ ਕੰਮ ਕਰ ਰਹੇ ਹੋ, ਮੀਡੀਆ 'ਚ, ਪਰ ਬੇਟਾ ਜੀ ਤੁਸੀਂ ਕੰਮ ਤਾਂ ਇੱਥੇ ਹੀ ਕਰ ਰਹੇ ਹੋ ਨਾ। ਤੇ ਜੇ ਕਿਸੇ ਕਿਸਮ ਦੀ ਇੱਥੇ ਕੋਈ ਹਰਕਤ ਸਰਕਾਰ ਵੱਲੋਂ ਕੋਈ ਮਾੜੀ ਹੁੰਦੀ ਆ, ਤੇ ਉਹਦਾ ਪੁੱਤ ਜੀ ਤੁਹਾਡੇ ਤੇ ਵੀ ਤਾਂ ਅਸਰ ਹੋਏਗਾ। ਸੋ ਇਹ ਸਾਡੀਆਂ ਬੱਚੀਆਂ, ਇਹਨਾਂ ਦੇ ਉੱਤੇ ਕਿਸੇ ਕਿਸਮ ਦੀ ਆਂਚ ਆਵੇ ਤੇ ਫਿਰ ਸਾਡੀ ਆਤਮਾ ਕੀ ਕਹੇਗੀ। ਸਰਕਾਰ ਨੂੰ ਕਹਿਣਾ ਕਿ ਅਜੇ ਵੀ ਵੇਲਾ ਹੈ, ਸਮਝੋ 21 ਦਿਨ ਹੋ ਗਏ ਨੇ, ਸਾਡਾ ਸਬਰ ਹੋਰ ਪਰਖ ਲਓ ਤੁਸੀਂ। ਅਸੀਂ ਮਹੀਨਿਆਂ ਬੱਧੀ ਇੱਥੇ ਸਾਲਾਂ ਬੱਧੀ ਰਹਿ ਸਕਦੇ ਹਾਂ, ਪਰ 1906 ਦੇ ਵਿੱਚ ਵੀ ਇੱਕ ਅੰਦੋਲਨ ਹੋਇਆ ਸੀਗਾ, ਪਗੜੀ ਸੰਭਾਲ ਜੱਟਾ, ਤੇ ਉਹ ਅੰਦੋਲਨ 9 ਮਹੀਨੇ ਤੱਕ ਚੱਲਿਆ ਸੀਗਾ। ਤੇ ਸਾਡਾ ਅੰਦੋਲਨ ਜਿਹੜਾ ਆ, ਕਿਸਾਨੀ ਅੰਦੋਲਨ ਇਸ ਵੇਲੇ, ਉਸ ਨੂੰ ਵੀ ਚੱਲਦੇ ਤਕਰੀਬਨ 2.5 ਮਹੀਨੇ ਪੰਜਾਬ ਦੇ ਵਿੱਚ ਤੇ 21 ਦਿਨਾਂ ਤੋਂ ਇੱਥੇ ਚੱਲ ਰਿਹਾ ਆ। ਤੇ ਕੀ ਲੱਗਦਾ ਕਿ ਕਿੰਨਾ ਕੁ ਲੰਬਾ ਸੰਘਰਸ਼? ਜੂਨ ਤੋਂ ਲੈ ਲਓ, ਅਸੀਂ ਜੂਨ ਤੋਂ ਲਗਾਤਾਰ ਚੱਲ ਰਹੇ ਹਾਂ। ਇਹ ਵੱਖਰੀ ਗੱਲ ਹੈ ਕਿ ਅਸੀਂ ਲਗਾਤਾਰ ਜਿਹੜਾ ਅਣਮਿੱਤ ਉਹ ਚੱਲਿਆ ਬਾਅਦ 'ਚ। ਤੇ ਪਰ ਇੱਕ ਗੱਲ ਹੈ ਬੇਟਾ ਜੀ, ਇੱਥੇ ਤੇ ਉਹਨਾਂ ਦੇ ਵਾਰਸ ਨੇ। ਅਸੀਂ ਪਹਿਲਾਂ ਇਕੱਲੇ ਪੰਜਾਬ ਵਾਲੇ ਸੀ, ਅੱਜ ਤਾਂ ਤੁਸੀਂ ਵੇਖੋ ਪੂਰਾ ਭਾਰਤ। ਅੱਜ ਜਿਹੜੇ ਦੂਸਰੇ ਲੋਕ ਵੀ ਸਾਡੇ ਨਾਲ, ਸਾਰੇ ਧਰਮਾਂ ਦੇ ਰਾਜਨੀਤਿਕ ਪਾਰਟੀਆਂ ਸਾਡੇ ਜਿਹੜੀਆਂ ਬੇਸ਼ੱਕ ਅੱਜ ਪਿੱਛੇ ਰਹਿ ਕਰ ਰਹੀਆਂ ਨੇ, ਉਹਨਾਂ ਨੇ ਵੇਖਿਆ ਕਿ ਸਾਡੀ ਜ਼ਮੀਨ ਜਾ ਰਹੀ ਆ, ਉਹਨਾਂ ਨੂੰ ਮਜਬੂਰਨ ਅੱਜ ਸਾਡੇ ਪਿੱਛੇ ਹੋਣਾ ਪਤਾ। ਇੱਥੇ ਵੇਖੋ, ਗੱਲ ਕਰਦੇ ਆ ਸ਼ਰਮ ਆਉਂਦੀ ਹੈ ਵੀ ਇੱਥੇ ਪਤੀ ਪਤਨੀ ਦੇ ਰਿਸ਼ਤੇ ਟੁੱਟ ਗਏ ਨੇ, ਇੱਥੇ ਨੌ ਵਾਸਤੇ ਰਿਸ਼ਤੇ ਟੁੱਟੇ ਨੇ। ਕਾਹਦੇ ਕਾਰਨ? ਆ ਕਿਸਾਨ ਸੰਘਰਸ਼ ਦੇ ਘੋਲ ਦੇ ਕਾਰਨ। ਸੋ ਬਹੁਤ ਆਉਣ ਵਾਲਾ ਸਮਾਂ ਸਾਡੇ ਵਾਸਤੇ ਬਹੁਤ ਵਧੀਆ, ਚੰਗਾ ਆਏਗਾ, ਕਿਉਂਕਿ ਇਹ ਲੜਾਈ ਜਿਹੜੀ ਆ ਸਮੁੱਚੇ ਵਰਗਾਂ ਦੀ, ਸਮੁੱਚੇ ਧਰਮਾਂ ਦੀ, ਸਮੁੱਚੇ ਲੋਕਾਂ ਦੀ ਲੜਾਈ ਆ। ਇਹ ਤੇ ਉਹ ਇੱਕ ਪਾਸੇ ਉਹ ਲੋਕ ਨੇ ਜਿਹੜੇ ਬਿਰਲੇ ਟਾਟੇ ਕਾਰਪੋਰੇਟ ਘਰਾਣੇ ਅੰਬਾਨੀ ਅਡਾਨੀ ਹੈ, ਦੂਸਰੇ ਪਾਸੇ ਉਹ ਕਿਰਤੀ ਲੋਕ ਭਾਈ ਲਾਲੋ ਦੇ ਵਾਰਸ ਜਿਹੜੇ ਨੇ, ਉਹ ਲੜਾਈ ਲੜ ਰਹੇ। ਇਹ ਸੱਚ। ਬਹੁਤ ਧੰਨਵਾਦ ਜੀ, ਮੈਨੂੰ ਗੱਲ ਕਰਕੇ ਬੜਾ ਪੋਜ਼ਿਟਿਵ ਜਿਹਾ ਲੱਗਿਆ, ਕਿਉਂਕਿ ਸਾਡੇ ਵੀ ਸਵਾਲ ਜਿਹੜੇ ਵਧੀ ਜਾ ਰਹੇ ਸੀਗੇ ਕਿ ਕਦੋਂ ਫੈਸਲਾ ਆਏਗਾ, ਸਰਕਾਰਾਂ ਦਾ ਕੀ ਰੁਖ ਹੈ। ਸੋ ਤੁਹਾਡੇ ਨਾਲ ਗੱਲ ਕਰਕੇ ਇੱਕ ਪੋਜ਼ਿਟਿਵਿਟੀ ਜੀ ਮਿਲੀ ਹੈ ਕਿ ਹਾਂ ਚਲੋ, ਜਦੋਂ ਤੱਕ ਹੋਏਗਾ ਦੇਖੀ ਜਾਊਗਾ, ਵੇਟ ਅਸੀਂ ਕਰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਸੋ ਪੰਜਾਬੀ ਨੈਸ਼ਨਲ ਟੀਵੀ ਤੋਂ ਲਗਾਤਾਰ ਤੁਸੀਂ ਲਾਈਵ ਦੇਖ ਰਹੇ ਹੋ, ਤੇ ਇਹ ਸੀ ਗੱਲਬਾਤ ਬਲਦੇਵ ਸਿੰਘ ਸਰਸਾਚੀ ਦੇ ਨਾਲ।